Good morning, students. In this lecture, we discuss chapter number 12 Foreign Trade and Balance of Payment. International trade of India is the trade between residents of India and the residents of other country of the world. ਕਿ ਜਦੋਂ ਇੰਡੀਆ ਦੇ ਰੈਜ਼ੀਡੈਂਟਸ ਅਤੇ ਦੂਸਰੀ ਕੰਟਰੀ ਵਰਲਡ ਦੇ ਜਿਹੜੀਆਂ ਦੂਸਰੀ ਕੰਟਰੀਜ਼ ਦੇ ਰੈਜ਼ੀਡੈਂਟਸ ਆ ਉਹਨਾਂ ਦੇ ਵਿੱਚ ਜਦੋਂ ਟਰੇਡ ਹੁੰਦਾ ਆ ਉਸਨੂੰ ਇੰਟਰਨੈਸ਼ਨਲ ਟਰੇਡ ਕਿਹਾ ਜਾਂਦਾ ਹੈ। ਇਸ ਦੇ ਵਿੱਚ ਸਰਵਿਸਿਸ ਅਤੇ ਗੁੱਡਸ ਅਤੇ ਇੰਪੋਰਟਸ ਅਤੇ ਐਕਸਪੋਰਟਸ ਨੂੰ ਇਨਕਲੂਡ ਕੀਤਾ ਜਾਂਦਾ ਆ। ਫੋਰ ਐਗਜ਼ਾਮਪਲ ਇੰਡੀਆ ਅਤੇ ਯੂਨਾਈਟਿਡ ਸਟੇਟਸ ਦੇ ਵਿੱਚ ਜਿਹੜਾ ਟਰੇਡ ਹੁੰਦਾ ਆ ਉਸਨੂੰ ਇੰਟਰਨੈਸ਼ਨਲ ਟਰੇਡ ਅਤੇ ਫੋਰਨ ਟਰੇਡ ਕਿਹਾ ਜਾਂਦਾ ਆ। ਜਦੋਂ ਇੰਡੀਆ ਦੂਸਰੀ ਕੰਟਰੀਜ਼ ਨੂੰ ਆਪਣੀਆਂ ਗੁੱਡਸ ਭੇਜਦਾ ਆ ਦੂਸਰੀ ਕੰਟਰੀਜ਼ ਦੇ ਲੋਕਾਂ ਨੂੰ ਉਸਨੂੰ ਐਕਸਪੋਰਟ ਕਿਹਾ ਜਾਂਦਾ ਆ। ਔਨ ਦਾ ਅਦਰ ਹੈਂਡ ਕਿ ਜਿਹੜੀਆਂ ਗੁੱਡਸ ਅਦਰ ਕੰਟਰੀਜ਼ ਤੋਂ ਇੰਡੀਆ ਵਿੱਚ ਮੰਗਵਾਈਆਂ ਜਾਂਦੀਆਂ ਦੂਸਰੀਆਂ ਕੰਟਰੀਆਂ ਤੋਂ ਇੰਡੀਆ ਵਿੱਚ ਉਸਨੂੰ ਕੀ ਇੰਪੋਰਟ ਕਿਹਾ ਜਾਂਦਾ ਆ। ਹਰ ਇੱਕ ਕੰਟਰੀ ਦੇ ਇਕੋਨਮੀ ਡਿਵੈਲਪਮੈਂਟ ਦੇ ਲਈ ਜਿਹੜਾ ਫੋਰਨ ਟਰੇਡ ਆ ਉਹ ਇੱਕ ਸਿਗਨੀਫਿਕੈਂਟ ਰੋਲ ਪਲੇ ਕਰਦਾ ਆ। ਫੋਰਨ ਟਰੇਡਸ ਹੈਲਪ ਕਰਦਾ ਹੈ ਕੰਟਰੀ ਨੂੰ ਕਿ ਉਸਦੇ ਆਪਣੇ ਨੈਚੁਰਲ ਰਿਸੋਰਸ ਨੂੰ ਪ੍ਰੋਪਰਲੀ ਯੂਟੀਲਾਈਜ਼ ਕਰ ਸਕਣ ਅਤੇ ਉਸਦਾ ਜਿਹੜਾ ਐਕਸੈਸ ਪ੍ਰੋਡਕਸ਼ਨ ਹੁੰਦਾ ਆ ਉਸਨੂੰ ਐਕਸਪੋਰਟ ਕਰ ਸਕੇ। ਐਟ ਦਾ ਟਾਈਮ ਆਫ ਨੈਚੁਰਲ ਕੈਲਾਮਿਟੀ ਇਟ ਕੈਨ ਇੰਪੋਰਟ ਫੂਡ ਗ੍ਰੇਨਸ ਐਂਡ ਅਦਰ ਗੁੱਡਸ ਫਰੋਮ ਐਬਰੋਡ। ਇੱਕ ਕੰਟਰੀ ਆਪਣੇ ਆਪ ਨੂੰ ਇੰਡਸਟਰੀਅਲਾਈਜ਼ ਕਰ ਸਕਦੀ ਆ ਬਾਏ ਇੰਪੋਰਟਿੰਗ ਨੈਸੈਸਰੀ ਕੈਪੀਟਲਸ ਮਸ਼ੀਨਰੀਜ਼ ਰॉ ਮਟੀਰੀਅਲਸ ਦੂਸਰੀ ਐਡਵਾਂਸ ਅਤੇ ਇੰਡਸਟਰੀਅਲਾਈਜ਼ ਨੇਸ਼ਨ ਤੋਂ ਇੰਪੋਰਟ ਕਰਕੇ ਆਪਣੇ ਆਪ ਨੂੰ ਇੰਡਸਟਰੀਅਲਾਈਜ਼ ਕਰ ਸਕਦੀ ਹੈ ਇੱਕ ਕੰਟਰੀ। ਜਦੋਂ ਕਿਸੇ ਕੰਟਰੀ ਦਾ ਆਪਣੇ ਫੋਰਨ ਟਰੇਡ ਉੱਤੇ ਐਮਪਲੋਇਮੈਂਟ ਆਊਟਪੁੱਟ ਪ੍ਰਾਈਸ ਇੰਡਸਟਰੀਅਲਾਈਜੇਸ਼ਨ ਦੇ ਉੱਪਰ ਜਦੋਂ ਪ੍ਰੋਪਰ ਕੰਟਰੋਲ ਹੁੰਦਾ ਆ ਤਾਂ ਕਿਸੇ ਵੀ ਕੰਟਰੀ ਦੇ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਇੱਕ ਫੇਵਰੇਬਲ ਇਫੈਕਟ ਪੈਦਾ ਕਰਦਾ ਆ। It is again foreign trade that enables a country to acquire necessary assistance and other equipments for its economic development from abroad. That is the reason ਜਿਸ ਕਾਰਨ ਜਿਹੜਾ ਪਲੈਨਿੰਗ ਕਮਿਸ਼ਨ ਆਫ ਇੰਡੀਆ ਜਿਸ ਨੂੰ ਹੁਣ ਨੀਤੀ ਆਯੋਗ ਕਿਹਾ ਜਾਂਦਾ ਆ ਉਹ ਕੀ ਆ ਫੋਰਨ ਟਰੇਡ ਦੇ ਡਿਵੈਲਪਮੈਂਟ ਦੇ ਲਈ 5 year ਪਲਾਨਸ ਦੇ ਵਿੱਚ ਉਸਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦਾ ਆ। ਨੈਕਸਟ ਇਜ਼ ਫੋਰਨ ਟਰੇਡ ਆਫ ਇੰਡੀਆ। ਸਟੱਡੀ ਆਫ ਫੋਰਨ ਟਰੇਡ ਆਫ ਇੰਡੀਆ ਕੈਨ ਬੀ ਡਿਵਾਈਡਡ ਇੰਟੂ 2 parts. Foreign trade of India before independence, second foreign trade of India after independence. First we discuss foreign trade of India before independence. ਇੰਡੀਆ ਜਿਹੜਾ ਫੋਰਨ ਟਰੇਡ ਕਰ ਰਿਹਾ ਬਹੁਤ ਹੀ ਪੁਰਾਣੇ ਸਮੇਂ ਤੋਂ ਕਰ ਰਿਹਾ ਹੈ ਦੂਸਰੀ ਕੰਟਰੀਜ਼ ਦੇ ਨਾਲ। 1947 ਤੋਂ ਪਹਿਲਾਂ ਜਿਹੜੀ ਇੰਡੀਆ ਇੱਕ ਕਲੋਨੀ ਸੀ ਬ੍ਰਿਟਿਸ਼ ਗਵਰਨਮੈਂਟ ਦੀ ਬਿਕੋਜ਼ ਆਫ ਦਿਸ ਫੈਕਟ ਦਾ ਪੈਟਰਨ ਆਫ ਇਟਸ ਫੋਰਨ ਟਰੇਡ ਵਾਜ਼ ਲਾਈਕ ਦੈਟ ਆਫ ਟ੍ਰੈਡੀਸ਼ਨਲ ਐਂਡ ਕਲੋਨੀਅਲ ਐਗਰੀਕਲਚਰ ਕੰਟਰੀ। ਇਸ ਕਰਕੇ ਜਿਹੜਾ ਇੰਡੀਆ ਦਾ ਜਿਹੜਾ ਜ਼ਿਆਦਾਤਰ ਫੋਰਨ ਟਰੇਡ ਹੁੰਦਾ ਸੀ ਉਹ ਮੇਨਲੀ ਜਾਂ ਤਾਂ ਸਿਰਫ ਬ੍ਰਿਟੇਨ ਨਾਲ ਹੁੰਦਾ ਸੀ ਜਾਂ ਫਿਰ ਸਿਰਫ ਕਾਮਨਵੈਲਥ ਕੰਟਰੀਜ਼ ਦੇ ਨਾਲ। ਇੰਡੀਆ ਜਿਹੜਾ ਜ਼ਿਆਦਾ ਐਕਸਪੋਰਟ ਕਰਦਾ ਸੀ ਉਸ ਟਾਈਮ ਮੇਨਲੀ ਪ੍ਰਾਇਮਰੀ ਗੁੱਡਸ ਨੂੰ ਐਕਸਪੋਰਟ ਕਰਦਾ ਸੀ ਲਾਈਕ ਫੂਡ ਗ੍ਰੇਨਸ ਐਂਡ ਰॉ ਮਟੀਰੀਅਲਸ ਐਂਡ ਉਸ ਟਾਈਮ ਉਸਦਾ ਜਿਹੜਾ ਇੰਪੋਰਟਸ ਹੁੰਦਾ ਸੀ ਉਹ ਵੀ ਬਹੁਤ ਜ਼ਿਆਦਾ ਲਿਮਿਟਡ ਸੀ। ਇੰਪੋਰਟ ਉਸ ਟਾਈਮ ਮੇਨਲੀ ਫਿਨਿਸ਼ਡ ਪ੍ਰੋਡਕਟਸ ਦਾ ਜਿਹੜਾ ਇੰਪੋਰਟਸ ਕਰਦੀ ਸੀ ਇੰਡੀਆ। ਨਾਓ ਸਟੱਡੀ ਆਫ ਫੋਰਨ ਟਰੇਡ ਬਿਫੋਰ ਇੰਡੀਪੈਂਡੈਂਸ ਕੈਨ ਬੀ ਡਿਵਾਈਡਡ ਇੰਟੂ ਦਾ ਫੋਲੋਇੰਗ ਪਾਰਟਸ. First is volume of foreign trade. In the pre-independent period, volume of Indian foreign trade was not much. ਕਿ ਇੰਡੀਪੈਂਡੈਂਸ ਤੋਂ ਪਹਿਲਾਂ ਜਿਹੜਾ ਇੰਡੀਆ ਦਾ ਫੋਰਨ ਟਰੇਡ ਬਹੁਤ ਜ਼ਿਆਦਾ ਨਹੀਂ ਹੁੰਦਾ ਸੀ। ਇਨ 1834 ਜਿਹੜਾ ਫੋਰਨ ਟਰੇਡ ਉਸ ਟਾਈਮ ਜਿਹੜੀ ਟੋਟਲ ਵੈਲਿਊ ਆਫ ਫੋਰਨ ਟਰੇਡ ਸੀ ਇੰਡੀਆ ਵਿੱਚ ਉਹ ਜਸਟ 186 ਕਰੋੜ ਸੀ। ਇਨ 1939 ਇਹ ਰਾਈਜ਼ ਕਰਕੇ 321 ਰੁਪੀਜ਼ ਕਰੋੜ ਹੋ ਗਿਆ ਆਫ ਇਟ। ਉਸ ਦੇ ਵਿੱਚੋਂ ਜਿਹੜਾ ਵੈਲਿਊ ਆਫ ਐਕਸਪੋਰਟ ਸੀ 169 ਕਰੋੜ ਐਂਡ ਵੈਲਿਊ ਆਫ ਇੰਪੋਰਟ ਇਜ਼ 152 ਕਰੋੜ। ਇਨ 1947 ਐਂਡ 48 ਦੇ ਵਿੱਚ ਟੋਟਲ ਵੋਲਿਊਮ ਆਫ ਫੋਰਨ ਟਰੇਡ ਇਨਕਰੀਜ਼ ਕਰਕੇ 792 ਕਰੋੜ ਹੋ ਗਿਆ ਜਿਸ ਵਿੱਚੋਂ ਐਕਸਪੋਰਟ ਜਿਹੜਾ ਸੀ 403 ਕਰੋੜ ਐਂਡ ਇੰਪੋਰਟ ਇਜ਼ 389 ਰੁਪੀਜ਼ ਕਰੋੜ ਦੇ ਸੀ। Next point is composition of foreign trade. Before independence, very few commodities were on the foreign trade list. ਕਿ ਇੰਡੀਪੈਂਡੈਂਸ ਤੋਂ ਪਹਿਲਾਂ ਸਿਰਫ ਕੁਝ ਹੀ ਕੋਮੋਡਿਟੀਜ਼ ਹੁੰਦੀਆਂ ਸੀਗੀਆਂ ਜਿਸ ਨੂੰ ਫੋਰਨ ਟਰੇਡ ਲਿਸਟ ਵਿੱਚ ਇਨਕਲੂਡ ਕੀਤਾ ਜਾਂਦਾ ਸੀ।
ਉਸ ਟਾਈਮ ਇੰਡੀਆ ਯੂਜ਼ਲੀ ਰॉ ਮਟੀਰੀਅਲ ਅਤੇ ਐਗਰੀਕਲਚਰ ਕੋਮੋਡਿਟੀਜ਼ ਨੂੰ ਦਾ ਐਕਸਪੋਰਟ ਕਰਦੀ ਸੀ। ਮੇਜਰ ਐਕਸਪੋਰਟ ਸੀ ਉਸ ਟਾਈਮ ਇੰਡੀਆ ਦੇ ਵਿੱਚ, ਸਪੈਸ਼ਲੀ ਲਾਈਕ ਕਾਟਨ ਟੈਕਸਟਾਈਲ ਸੀ, ਰੋ ਕਾਟਨ, ਫੂਡ ਗ੍ਰੇਨਸ, ਯੂਟ ਮੈਨੂਫੈਕਚਰਰਸ, ਟੀ, ਆਇਲ ਸੀਡ ਐਕਸੈਕਟਰਾਸ। ਇਹਨਾਂ ਸਾਰੀਆਂ ਚੀਜ਼ਾਂ ਉਸ ਟਾਈਮ ਇੰਡੀਆ ਮੇਨਲੀ ਜਿਹੜਾ ਐਕਸਪੋਰਟ ਕਰਦੀ ਸੀ ਦੂਸਰੀ ਕੰਟਰੀਜ਼ ਨੂੰ। ਡਿਊਰਿੰਗ ਥੀਸ ਪੀਰੀਅਡਸ ਇੰਡੀਆ ਯੂਜ਼ ਟੂ ਇੰਪੋਰਟ ਫਿਨਿਸ਼ਡ ਕੰਜ਼ਿਊਮਰ ਗੁਡਸ, machines, chemicals, iron, steels, etc. ਬਟ ਆਫਟਰ ਵਰਲਡ ਵਾਰ 2 ਤੋਂ ਬਾਅਦ ਇੰਡੀਆ ਦੇ ਜਿਹੜੇ ਕੰਪੋਜੀਸ਼ਨ ਆਫ ਫੋਰਨ ਟ੍ਰੇਡ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਆਇਆ। ਇਨ ਦਾ ਈਅਰ 1938 ਐਂਡ 39 ਦੇ ਵਿੱਚ ਜਿਹੜਾ ਰॉ ਮਟੀਰੀਅਲ ਕੌਂਸਟੀਟਿਊਟ 45% ਆਫ ਟੋਟਲ ਐਕਸਪੋਰਟ, 1947 ਅਤੇ 48 ਦੇ ਵਿੱਚ ਇਹ ਘੱਟ ਹੋ ਕੇ 31% ਰਹਿ ਗਿਆ। ਐਂਡ ਦਾ ਸ਼ੇਅਰ ਆਫ ਫਿਨਿਸ਼ ਪ੍ਰੋਡਕਟ ਜਿਸ ਦਾ ਟੋਟਲ ਐਕਸਪੋਰਟ 1938 ਅਤੇ 39 ਦੇ ਵਿੱਚ 30% ਸੀ, ਉਹ ਇਨਕਰੀਜ਼ ਹੋ ਕੇ 1947 ਅਤੇ 48 ਦੇ ਵਿੱਚ ਕਿੰਨਾ ਹੋ ਗਿਆ 49%। Now third point is direction of foreign trade. Before independence, most of Indians foreign trade was with England and Commonwealth countries. ਕਿ ਇੰਡੀਪੈਂਡੈਂਸ ਤੋਂ ਪਹਿਲਾਂ ਕਿਉਂਕਿ ਇੰਡੀਆ ਬ੍ਰਿਟਿਸ਼ ਗਵਰਨਮੈਂਟ ਦੇ ਅੰਡਰ ਸੀ, ਉਸਦੀ ਕਲੋਨੀ ਸੀ, ਜਿਸ ਕਾਰਨ ਜਿਹੜਾ ਉਸਦਾ ਜ਼ਿਆਦਾਤਰ ਫੋਰਨ ਟ੍ਰੇਡ ਹੁੰਦਾ ਸੀ ਉਹ ਜਾਂ ਤਾਂ ਇੰਗਲੈਂਡ ਨਾਲ ਹੁੰਦਾ ਸੀ ਜਾਂ ਸਿਰਫ ਕਾਮਨਵੈਲਥ ਕੰਟਰੀਜ਼ ਦੇ ਨਾਲ ਹੁੰਦਾ ਸੀ। ਇੰਡੀਆ ਜਿੰਨਾ ਟੋਟਲ ਐਕਸਪੋਰਟ ਕਰਦਾ ਸੀ ਉਸ ਵਿੱਚੋਂ ਜਿਹੜਾ 34% ਆਫ ਟੋਟਲ ਐਕਸਪੋਰਟ ਹੁੰਦਾ ਸੀ ਉਹ ਇੰਗਲੈਂਡ ਨੂੰ ਕੀਤਾ ਜਾਂਦਾ ਸੀ। ਐਂਡ 31% ਟੋਟਲ ਇੰਪੋਰਟ ਦਾ 31% ਜਿਹੜਾ ਸੀ ਉਹ ਇੰਗਲੈਂਡ ਤੋਂ ਕੀਤਾ ਜਾਂਦਾ ਸੀ। ਐਕਸਪੋਰਟ ਕਰਦਾ ਸੀ 34% ਆਫ ਟੋਟਲ ਐਕਸਪੋਰਟ ਐਂਡ 31% ਆਫ ਟੋਟਲ ਇੰਪੋਰਟਸ ਕਮ ਫਰੋਮ ਇੰਗਲੈਂਡ। ਇੰਗਲੈਂਡ ਤੋਂ ਇਲਾਵਾ ਲਾਈਕ ਦੂਸਰੀ ਕੰਟਰੀਜ਼ ਲਾਈਕ ਬਰਮਾ ਹੋ ਗਿਆ, ਕੈਨੇਡਾ, ਸ਼੍ਰੀਲੰਕਾ, ਇਸ ਦੇ ਨਾਲ ਜਿਹੜਾ ਆਰ ਐਕਸਪੋਰਟ ਰੇਟ ਸੀ ਉਹ 21% ਸੀ ਉਹਨਾਂ ਦੇ ਨਾਲ, ਐਂਡ ਇੰਪੋਰਟ ਰੇਟ ਸੀ ਜਸਟ 10%। ਡਿਊਰਿੰਗ ਦਿਸ ਪੀਰੀਅਡ the share of America in India's total import was 7% and India's export it was 8%. But after independence in the year 1947 and 48 ਦੇ ਵਿੱਚ ਜਿਹੜਾ ਇੰਡੀਆ ਦੇ ਇੰਪੋਰਟ ਵਿੱਚ ਇੰਗਲੈਂਡ ਦਾ ਜਿਹੜਾ ਸ਼ੇਅਰ ਸੀ ਉਹ ਘੱਟ ਕੇ 25% ਰਹਿ ਗਿਆ, ਐਂਡ ਅਮੈਰੀਕਾ ਦਾ ਸ਼ੇਅਰ ਇਨਕਰੀਜ਼ ਕਰਕੇ 30% ਹੋ ਗਿਆ ਇਨ ਦਾ ਇੰਪੋਰਟ ਆਫ ਇੰਡੀਆ। ਰਸ਼ੀਆ ਅਤੇ ਦੂਸਰੀਆਂ ਅਦਰ ਈਸਟਰਨ ਯੂਰਪੀਅਨ ਜਿਹੜੀਆਂ ਕੰਟਰੀ ਸੀਗੀਆਂ ਉਹਨਾਂ ਦੇ ਉਹਨਾਂ ਦੇ ਨਾਲ ਜਿਹੜਾ ਇੰਡੀਆ ਦਾ ਫੋਰਨ ਟ੍ਰੇਡ ਸੀ ਉਹ ਬਹੁਤ ਹੀ ਘੱਟ ਸੀ। Now fourth point is balance of trade. Before independence, India's foreign trade used to be surplus trade. ਕਿ ਇੰਡੀਪੈਂਡੈਂਸ ਤੋਂ ਪਹਿਲਾਂ ਇੰਡੀਆ ਦਾ ਜਿਹੜਾ ਫੋਰਨ ਟ੍ਰੇਡ ਸੀ ਉਹ ਸਰਪਲਸ ਟ੍ਰੇਡ ਹੁੰਦਾ ਸੀ, ਕਿ ਇੰਡੀਆ ਦੇ ਐਕਸਪੋਰਟ ਜ਼ਿਆਦਾ ਹੁੰਦੇ ਸੀ ਅਤੇ ਇੰਪੋਰਟਸ ਘੱਟ ਹੁੰਦੇ ਸੀ ਇੰਡੀਪੈਂਡੈਂਸ ਤੋਂ ਪਹਿਲਾਂ। ਆਰ ਐਕਸਪੋਰਟਸ ਯੂਜ਼ ਟੂ ਐਕਸੀਡ ਇੰਪੋਰਟਸ। In 1939, balance of trade was favorable to the extent of rupees 17 crore, and in 1946 and 47 it was favorable due to the tune of rupees 31 crore. However, in 1947 and 48, the extent of favorable balance of trade was reduced to rupees 14 crore only. That means ਕਿ ਹੌਲੀ ਹੌਲੀ ਆਫਟਰ ਇੰਡੀਪੈਂਡੈਂਸ ਜਿਹੜਾ ਇੰਡੀਆ ਦਾ ਜਿਹੜਾ ਸਰਪਲਸ ਟ੍ਰੇਡ ਸੀ ਉਹ ਹੌਲੀ ਹੌਲੀ ਡੈਫੀਸਿਟ ਵਿੱਚ ਚੇਂਜ ਹੋਣ ਲੱਗ ਗਿਆ। ਇਨ ਸ਼ੋਰਟ ਕਿ ਇੰਡੀਪੈਂਡੈਂਸ ਤੋਂ ਪਹਿਲਾਂ ਜਿਹੜਾ ਇੰਡੀਆ ਦਾ ਫੋਰਨ ਟ੍ਰੇਡ ਸੀ ਉਹ ਜਿਹੜੀ ਬ੍ਰਿਟਿਸ਼ ਗਵਰਨਮੈਂਟ ਨੇ ਪੋਲਿਸੀ ਬਣਾਈ ਹੁੰਦੀ ਸੀ, ਫਰੇਮ ਕੀਤੀ ਜਾਂਦੀ ਸੀ, ਉਸ ਦੇ ਬੇਸਿਸ 'ਤੇ ਔਰਗਨਾਈਜ਼ ਕੀਤਾ ਜਾਂਦਾ ਸੀ। ਐਂਡ ਉਸ ਪੋਲਿਸੀ ਦਾ ਮੇਨ ਸੋਲ ਓਬਜੈਕਟਿਵਸ ਕੀ ਹੁੰਦਾ ਸੀ ਕਿ ਇੰਡੀਆ ਦੇ ਵਿੱਚੋਂ ਜਿਹੜਾ ਰॉ ਮਟੀਰੀਅਲ ਆ, ਐਗਰੀਕਲਚਰ ਜਿਹੜਾ ਕਮੋਡਿਟੀਜ਼ ਆ, ਉਹਨਾਂ ਨੂੰ ਐਕਸਪੋਰਟ ਕੀਤਾ ਜਾਵੇ ਇੰਗਲੈਂਡ ਦੇ ਵਿੱਚ, ਇੰਗਲੈਂਡ ਦੀ ਇੰਡਸਟਰੀਜ਼ ਨੂੰ, ਅਤੇ ਉੱਥੇ ਦੀਆਂ ਜਿਹੜੀਆਂ ਫਿਨਿਸ਼ਡ ਗੁੱਡਸ ਆ ਉਹਨਾਂ ਨੂੰ ਦੁਬਾਰਾ ਇੰਪੋਰਟ ਕੀਤਾ ਜਾਵੇ ਇੰਡੀਆ ਦੀ ਕੰਟਰੀਜ਼ ਦੇ ਵਿੱਚ। And British government was in favor of keeping the foreign trade of India as a surplus trade so that the foreign currency so earned by India could be utilized in making payment for the home charges incurred by the British government in England on the administration of India.
ਸੋ ਇਨ ਸ਼ੋਰਟ ਕਿ ਇੰਡੀਪੈਂਡੈਂਸ ਤੋਂ ਪਹਿਲਾਂ ਇੰਡੀਆ ਦਾ ਜਿਹੜਾ ਫੋਰਨ ਟ੍ਰੇਡ ਸੀ ਉਹ ਪਹਿਲਾਂ ਬਹੁਤ ਹੀ ਲਿਮਿਟਡ ਹੁੰਦਾ ਸੀ। ਇੰਡੀਆ ਸਿਰਫ ਇੰਗਲੈਂਡ ਅਤੇ ਕਾਮਨਵੈਲਥ ਕੰਟਰੀਜ਼ ਦੇ ਨਾਲ ਹੀ ਜ਼ਿਆਦਾਤਰ ਆਪਣਾ ਫੋਰਨ ਟ੍ਰੇਡ ਕਰਦੀ ਸੀ। ਇੰਡੀਆ ਕੀ ਸਿਰਫ ਰॉ ਮਟੀਰੀਅਲ ਅਤੇ ਐਗਰੀਕਲਚਰ ਕੋਮੋਡਿਟੀਜ਼ ਦਾ ਐਕਸਪੋਰਟ ਕਰਦੀ ਸੀ, ਅਤੇ ਜਿਹੜੀਆਂ ਇੰਗਲੈਂਡ ਵਿੱਚ ਮੈਨੂਫੈਕਚਰਿੰਗ ਗੁੱਡਸ ਹੁੰਦੀਆਂ ਸੀ, ਫਿਨਿਸ਼ਡ ਗੁੱਡਸ ਹੁੰਦੀਆਂ ਸੀ, ਉਹਨਾਂ ਨੂੰ ਇੰਪੋਰਟ ਕਰਦੀ ਸੀ ਦੂਸਰੀ ਕੰਟਰੀਜ਼ ਤੋਂ। ਐਂਡ ਉਸ ਟਾਈਮ ਸਿਰਫ ਇਸਦਾ ਇੰਗਲੈਂਡ ਅਤੇ ਕਾਮਨਵੈਲਥ ਕੰਟਰੀਜ਼ ਦੇ ਨਾਲ ਹੀ ਜ਼ਿਆਦਾਤਰ ਫੋਰਨ ਟ੍ਰੇਡ ਹੁੰਦਾ ਸੀ। ਐਂਡ ਇੰਡੀਪੈਂਡੈਂਸ ਤੋਂ ਪਹਿਲਾਂ ਇੰਡੀਆ ਦਾ ਜਿਹੜਾ ਜ਼ਿਆਦਾਤਰ ਫੋਰਨ ਟ੍ਰੇਡ ਸੀ ਉਹ ਸਰਪਲਸ ਹੀ ਟ੍ਰੇਡ ਹੁੰਦਾ ਸੀ ਉਸ ਟਾਈਮ। ਐਂਡ ਇੰਡੀਆ ਦਾ ਜਿਹੜਾ ਫੋਰਨ ਟ੍ਰੇਡ ਸੀ ਉਹ ਬ੍ਰਿਟਿਸ਼ ਗਵਰਨਮੈਂਟ ਦੁਆਰਾ ਬਣਾਈ ਗਈ ਪੋਲਿਸੀ ਦੇ ਉੱਪਰ ਬੇਸਡ ਪੋਲਿਸੀ ਦੇ ਉੱਪਰ ਹੀ ਕੀਤਾ ਜਾਂਦਾ ਸੀਗਾ।